ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਉੱਤੇ ਤੇ ਸਾਡੇ ਤ੍ਰਿੰਜਣ ਸ਼ੋਅ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋਵੋਗੇ ਕਿ ਇਹ ਸੀਜ਼ਨ 2 ਪੂਰਾ ਸੀਜ਼ਨ ਸੋਗ ਦੇ ਬਾਰੇ ਸੀਗਾ, ਗ੍ਰੀਫ ਦੇ ਬਾਰੇ ਸੀਗਾ, ਤੇ ਅਸੀਂ ਜੈਜ਼ ਭੈਣ ਜੀ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਸੀਗੇ। ਤੇ ਇਸ ਸ਼ੋਅ ਦੇ ਵਿੱਚ ਅਸੀਂ ਪਿਛਲੇ ਹਫਤੇ ਥੋੜਾ ਜਿਹਾ ਸਾਡੇ ਕੋਲੇ ਸਮਾਂ ਘਟ ਗਿਆ ਸੀਗਾ ਤੇ ਅਸੀਂ ਅੱਧ ਵਿਚਾਲੇ ਗੱਲ ਛੱਡ ਦਿੱਤੀ ਸੀਗੀ, ਪਰ ਆਪਾਂ ਗੱਲ ਕਰ ਰਹੇ ਸੀਗੇ ਸਟੇਜਸ ਦੀ, ਗ੍ਰੀਫ ਦੀਆਂ ਕਿਹੜੀਆਂ ਸਟੇਜਸ ਹੁੰਦੀਆਂ ਨੇ। ਤੇ ਮੈਨੂੰ ਲੱਗਦਾ ਜੈਜ਼ ਭੈਣ ਜੀ ਆਪਾਂ 3 ਸਟੇਜਸ ਤੱਕ ਪਹੁੰਚੇ ਸੀਗੇ। ਆਪਾਂ ਥੋੜੀ ਜੀ ਗੱਲਬਾਤ ਕੀਤੀ ਸੀਗੀ। ਇੱਕ ਤਾਂ ਅਸੀਂ ਗੱਲ ਕੀਤੀ ਸੀਗੀ ਡਿਨਾਇਲ ਦੀ, ਕਿ ਜਿੱਥੇ ਅਸੀਂ ਮੰਨਣ ਲਈ ਤਿਆਰ ਨਹੀਂ ਹੁੰਦੇ, ਅਸੀਂ ਇਨਕਾਰ ਕਰ ਦਿੰਦੇ ਆ ਕਿ ਮੇਰੇ ਨਾਲ ਇਸ ਤਰ੍ਹਾਂ ਹੋਇਆ ਵੀ ਹੈ। ਫਿਰ ਦੂਸਰੀ ਸਟੇਜ ਦੀ ਤੁਸੀਂ ਥੋੜੀ ਜੀ ਗੱਲ ਕੀਤੀ ਸੀ ਗੁੱਸੇ ਦੀ। ਅਸੀਂ ਉਸ ਇਨਸਾਨ ਦੇ ਨਾਲ ਸਾਨੂੰ ਗੁੱਸਾ ਹੋ ਜਾਂਦਾ ਹੈ ਕਿ ਉਹ ਕਿਉਂ ਚਲਾ ਗਿਆ, ਰੱਬ ਦੇ ਨਾਲ ਗੁੱਸਾ ਹੋ ਜਾਂਦਾ ਹੈ, ਆਪਣੇ ਆਪ ਦੇ ਨਾਲ ਵੀ ਗੁੱਸਾ ਹੋ ਜਾਂਦਾ ਹੈ। ਤੇ ਇੱਕ ਅਸੀਂ ਸਟੇਜ ਬਾਰੇ ਗੱਲਬਾਤ ਕੀਤੀ ਸੀ ਬਾਰਗਨਿੰਗ ਬਾਰੇ, ਸੌਦਾ, ਇੱਕ ਜਿਹੜਾ ਅਸੀਂ ਟ੍ਰਾਂਜੈਕਸ਼ਨ ਹੋ ਜਾਂਦੀ ਹੈ ਕਿ ਮੈਂ ਇਹ ਦਿਆਂਗੀ ਤੇ ਮੈਨੂੰ ਇਹ ਵਾਪਸ ਮਿਲ ਜੇ, ਜਾਂ ਇਹਦੇ ਕਰਨ ਨਾਲ ਇਹ ਹੋ ਜਾਵੇ, ਜਾਂ ਮੈਂ ਕਾਸ਼ ਕੁਛ ਹੈ ਕਰਦੀ ਡਿਫਰੈਂਟ, ਜਾਂ ਤਾਂ ਉਹਦੇ ਨਾਲ ਬੋਲਦੀ ਜਾਂ ਨਾ ਬੋਲਦੀ, ਉਹ ਜਿਹੜਾ ਸੌਦਾਗਿਰੀ ਅਸੀਂ ਕਰਦੇ ਹਾਂ। ਤੇ ਅੱਜ ਅਸੀਂ ਜ਼ਿਆਦਾ ਸਮਾਂ ਨਹੀਂ ਲੈ ਰਹੇ ਕਿਉਂਕਿ ਏਡਾ ਵੱਡਾ ਟੌਪਿਕ ਆ ਔਰ ਇੰਨੀਆਂ ਗੱਲਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ। ਸੋ ਆਪਾਂ ਸਿੱਧਾ ਹੀ ਭੈਣ ਜੀ ਸ਼ੋਅ ਦੇ ਵਿੱਚ ਚੱਲ ਰਹੇ ਹਾਂ। ਅਸੀਂ ਉੱਥੋਂ ਹੀ ਫਿਰ ਦੁਬਾਰਾ ਸਟਾਰਟ ਕਰੀਏ ਕਿ ਤੁਸੀਂ ਇੱਕ ਹੋਰ ਅਸੀਂ ਡਿਪਰੈਸ਼ਨ ਬਾਰੇ ਥੋੜੀ ਜਿਹੀ ਗੱਲਬਾਤ ਸ਼ੁਰੂ ਕੀਤੀ ਸੀਗੀ। ਮੈਨੂੰ ਲੱਗਦਾ ਹੈ, ਜਿੱਥੇ ਤੱਕ ਮੈਨੂੰ ਯਾਦ ਹੈ, ਤੁਸੀਂ ਕਹਿ ਰਹੇ ਸੀਗੇ ਕਿ ਜਿਹੜੀ ਆਮ ਤੌਰ ਤੇ ਡਿਪਰੈਸ਼ਨ ਹੋ ਜਾਂਦੀ ਹੈ, ਜੋ ਅਸੀਂ ਕਹਿ ਰਹੇ ਹਾਂ ਕਿ ਕਿਸੇ ਵੀ ਵਜ੍ਹਾ ਕਰਕੇ ਜਾਂ ਬੇਵਜ੍ਹਾ ਵੀ ਹੋ ਜਾਂਦੀ ਹੈ, ਉਹਦੇ ਵਿੱਚ ਤੇ ਜੋ ਸੋਗ ਦੇ ਨਾਲ ਤਾਲੁਕ ਰੱਖਦੀ ਹੈ ਡਿਪਰੈਸ਼ਨ, ਉਹਦਾ ਕੀ ਫਰਕ ਹੁੰਦਾ ਭੈਣ ਜੀ? ਬਿਲਕੁਲ ਫਰਕ ਹੈਗਾ ਆ। ਡਿਪਰੈਸ਼ਨ ਆਮ ਤੌਰ ਤੇ, ਪਰ ਡਿਪਰੈਸ਼ਨ ਦਾ ਮੈਨਾ ਪਹਿਲੇ ਦੇਖਦੇ ਹਾਂ। ਹਾਂਜੀ, ਡਿਪਰੈਸ਼ਨ ਦਾ ਮੀਨਿੰਗ ਕੀ ਆ? ਡਿਪਰੈਸ਼ਨ ਉਹਦੇ ਲਫ਼ਜ਼ ਦੇ ਵਿੱਚ ਵੀ ਆਉਂਦਾ ਆ, ਪ੍ਰੈਸ ਕਰਨਾ, ਡਿਪਰੈਸ ਕਰਨਾ। ਹਾਂਜੀ, ਆਈ ਥਿੰਕ ਮੇਰੀ ਸਮਝ ਦੇ, ਮੇਰੀ ਅੰਡਰਸਟੈਂਡਿੰਗ ਜੋ ਹੈ, ਜੋ ਕਿ ਹੈ ਵੀ ਡਿਪਰੈਸ, ਦ ਵਰਡ ਡਿਪਰੈਸ ਇਨ ਇੰਗਲਿਸ਼ ਮੀਨਸ ਟੂ ਪੁਸ਼ ਡਾਊਨ। ਡਿਪਰੈਸ, ਅਸੀਂ ਕਿਸੇ ਵੀ ਚੀਜ਼ ਨੂੰ ਡਿਪਰੈਸ ਕਰ ਰਹੇ ਹਾਂ, ਅਸੀਂ ਉਹਨੂੰ ਪ੍ਰੈਸ ਕਰ ਰਹੇ ਹਾਂ। ਸੋ ਜਦੋਂ ਸਾਡੀ ਲਾਈਫ ਦੇ ਵਿੱਚ ਕੁਛ ਵੀ ਹੁੰਦਾ ਹੈ, ਕੋਈ ਅਪਸੈਟ, ਕੋਈ ਹਾਦਸਾ, ਕੋਈ ਦੁੱਖ, ਕੋਈ ਤਕਲੀਫ, ਜਦੋਂ ਅਸੀਂ ਉਹਨੂੰ ਉੱਪਰ ਨਹੀਂ ਆਉਣ ਦਿੰਦੇ, ਉਹਦੇ ਬਾਰੇ ਗੱਲਬਾਤ ਨਹੀਂ ਕਰਦੇ, ਉਹਨੂੰ ਐਕਨੋਲੇਜ ਨਹੀਂ ਕਰਦੇ, ਮੰਨਦੇ ਨਹੀਂ, ਅਸੀਂ ਉਹਨੂੰ ਡਿਪਰੈਸ ਕਰਦੇ ਹਾਂ। ਫਿਰ ਉਹਦੀ ਵਜ੍ਹਾ ਕਰਕੇ ਡਿਪਰੈਸ਼ਨ ਸਾਨੂੰ, ਉਹਦਾ ਹੀ ਮਤਲਬ ਕਿਉਂਕਿ ਅਸੀਂ ਗੱਲਾਂ ਡਿਪਰੈਸ ਕਰ ਦਿੱਤੀਆਂ ਤੇ ਉਹਦੇ ਨਾਲ ਡਿਪਰੈਸ਼ਨ। ਇਹੀ ਗੱਲ ਡੈਫੀਨਿਟਲੀ, ਜਿਹੜੀ ਡਿਪਰੈਸ਼ਨ ਆ ਉਹਦਾ ਆਪੋਜ਼ਿਟ, ਡਿਪਰੈਸ਼ਨ ਇਜ਼ ਦ ਆਪੋਜ਼ਿਟ ਆਫ ਐਕਸਪ੍ਰੈਸ਼ਨ। ਹਾਂਜੀ, ਜਿਹੜੀ ਅਸੀਂ ਖੁੱਲ ਕੇ ਗੱਲ ਕਰਦੇ ਕਰਨਾ। ਸੋ ਡਿਪਰੈਸ਼ਨ ਤਾਂ ਕਾਫੀ ਤਰ੍ਹਾਂ ਦੀ ਹੁੰਦੀ, ਜਿਹੜੀ ਆਮ ਤੌਰ ਤੇ, ਆਮ ਕਹਿਣਾ ਵੀ ਅੱਛਾ ਨਹੀਂ ਲੱਗਦਾ, ਪਰ ਜੋ ਹੁਣ ਨੋਰਮਲੀ ਸਾਨੂੰ ਕਹਿੰਦੇ ਕਿ ਅਸੀਂ ਡਿਪਰੈਸਡ ਆ, ਆਈ ਥਿੰਕ, ਜੋ ਕਿ ਕਲੀਨਿਕਲੀ ਜੋ ਡਾਕਟਰਸ ਜਿਸ ਨੂੰ ਕਹਿੰਦੇ ਨੇ ਕਿ ਡਿਪਰੈਸ਼ਨ ਹੁੰਦੀ ਹੈ। ਜਿਹੜਾ ਸੋਗ ਦੇ ਵਿੱਚ, ਗ੍ਰੀਫ ਦੇ ਵਿੱਚ ਜਿਹੜੀ ਡਿਪਰੈਸ਼ਨ ਆ, ਉਹ ਆਲਮੋਸਟ ਇੱਕ, ਇਹ ਜਿਹੜੀ ਪ੍ਰੋਸੈਸ ਆ ਗ੍ਰੀਫ ਦੀ, ਜੋ ਅਸੀਂ ਪੜਾਅ ਚੜ੍ਹਦੇ ਹਾਂ ਇਹਨਾਂ ਦੇ, ਇੱਕ ਇਹਦਾ ਹਿੱਸਾ ਆ। ਸਾਰਿਆਂ ਨੂੰ ਹੋਣੀ ਨਹੀਂ ਚਾਹੀਦੀ ਜਾਂ ਹੋਣੀ ਚਾਹੀਦੀ, ਇਹੋ ਜਿਹੀ ਗੱਲ ਨਹੀਂ ਹੈ, ਪਰ ਡਿਪਰੈਸ਼ਨ ਹੋ ਸਕਦੀ ਹੈ। ਜਿਹੜੀ ਸੋਗ ਦੀ ਡਿਪਰੈਸ਼ਨ ਹੈ, ਉਹ ਇਸ ਤਰ੍ਹਾਂ ਦੀ ਹੈ ਕਿ ਤੁਹਾਡੇ ਨਾਲ ਜੋ ਹਾਦਸਾ ਬੀਤਿਆ, ਜੋ ਇਸ ਬੰਦੇ ਨੂੰ ਤੁਸੀਂ ਲੂਜ਼ ਕੀਤਾ ਆ, ਜਿਹਦੀ ਡੈਥ ਹੋ ਗਈ, ਜਾਂ ਜੋ ਵੀ ਤੁਹਾਡੇ ਨਾਲ ਲੋਸ ਹੋਇਆ ਆ, ਉਹਨੂੰ ਜਦੋਂ ਅਸੀਂ ਐਕਚੁਅਲੀ ਸਮਝ ਨਹੀਂ ਸਕਦੇ, ਉਹਦੇ ਜੋ ਅਸਰ ਪੈਂਦਾ, ਉਹਦੀ ਜਿਹੜੀ ਸੱਟ ਸਾਨੂੰ ਵੱਜਦੀ ਹੈ, ਉਹ ਕਈ ਵਾਰੀ ਸਾਡੇ ਕੋਲੋਂ ਸਮਝ ਨਹੀਂ ਆਉਂਦੀ ਕਿ ਹੋਇਆ ਕੀ ਹੈ। ਅਤੇ ਉਹ ਜਿਹੜਾ ਦੁੱਖ ਹੁੰਦਾ ਨਾ, ਉਹ ਇੰਨਾ ਗਹਿਰਾ ਹੁੰਦਾ ਕਿ ਅਸੀਂ ਉਸ ਚੀਜ਼ ਨੂੰ ਦਬਾ ਲੈਂਦੇ ਹਾਂ ਅੰਦਰ। ਉਹ ਚੀਜ਼ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ, ਕਿਸੇ ਨਾਲ ਸ਼ੇਅਰ ਵੀ ਨਹੀਂ, ਸਾਨੂੰ ਕਰਨਾ ਵੀ ਨਹੀਂ ਆਉਂਦਾ, ਦਿਲ ਵੀ ਨਹੀਂ ਕਰਦਾ ਕਿ ਅਸੀਂ ਬਾਰ-ਬਾਰ ਉਹ ਗੱਲ ਕਰੀਏ। ਉਹ ਜਦੋਂ ਕਾਫੀ ਟਾਈਮ ਤੋਂ ਇਹ ਚੀਜ਼ ਚੱਲਦੀ ਹੈ, ਉਹ ਚੀਜ਼ ਡਿਪਰੈਸ਼ਨ ਬਣ ਜਾਂਦੀ ਹੈ ਸੋਗ ਦੇ ਵਿੱਚ। ਤਾਂ ਮੈਂ ਨਾ ਭੈਣ ਜੀ, ਹੁਣ ਤੱਕ ਤਾਂ ਮੇਰੇ ਸਾਰੀ ਸੰਗਤ ਮੈਨੂੰ ਵੀ ਜਾਣ ਚੁੱਕੀ ਹੋਏਗੀ, ਮੈਂ ਬਹੁਤ ਸਾਰੀਆਂ ਗੱਲਾਂ ਆਪਣੀ ਫੈਮਿਲੀ ਬਾਰੇ ਵੀ ਕਰਦੀ ਹਾਂ। ਜਦੋਂ ਅਸੀਂ ਪਿਛਲਾ ਸ਼ੋਅ ਕੀਤਾ ਸੀਗਾ, ਉਹ ਸ਼ੋਅ ਦੇ ਬਾਅਦ ਵੀ ਮੈਂ ਘਰ ਜਾ ਕੇ ਜਿਵੇਂ ਆਪਣੀ ਮਾਤਾ ਜੀ ਦੇ ਨਾਲ ਮੈਂ ਗੱਲਾਂ ਕਰ ਰਹੀ ਸੀਗੀ, ਕਿਉਂਕਿ ਮੈਂ ਥੋੜ੍ਹਾ ਜਿਹਾ ਸ਼ੇਅਰ ਕੀਤਾ ਸੀਗਾ ਕਿ ਸਾਡੇ ਨਾਨਾ ਜੀ ਦੀ ਵੀ ਡੈਥ ਰੀਸੈਂਟਲੀ ਹੋਈ ਸੀਗੀ। ਔਰ ਆਪਾਂ ਸ਼ੋਅ ਦੇ ਵਿੱਚ ਵੀ ਇਹਦੇ ਬਾਰੇ ਗੱਲ ਕੀਤੀ ਸੀ ਕਿ ਉਹ ਇੰਨੀ ਦੇਰ ਸਾਡੇ ਨਾਲ ਰਹੇ, ਜਿਹੜਾ ਇਨਸਾਨ, ਕਿ ਤੁਸੀਂ ਉਹਨੂੰ ਸੋਚੋ ਕਿ ਇੰਨੀਆਂ ਲਾਈਫ ਟਾਈਮਸ। ਇਹ ਗੱਲ ਮੈਂ ਆਪਣੀ ਮਦਰ ਨਾਲ ਕੀਤੀ ਕਿ ਸਾਨੂੰ ਵੀ ਜਿਵੇਂ ਅਸੀਂ ਕਹਿ ਰਹੇ ਹਾਂ ਡਿਪਰੈਸ਼ਨ ਬਾਰੇ, ਅਤੇ ਮੰਮੀ ਨੇ ਬੜੀ ਇੱਕ ਖਾਸ ਗੱਲ ਮੈਨੂੰ ਕਹੀ ਕਿ
ਉਹ ਜਿਹੜੀ ਚੀਜ਼ ਹੁੰਦੀ ਆ ਉਹ ਅਸੀਂ ਸੈਲਫਿਸ਼ ਹੋ ਜਾਂਦੇ ਆ ਭੈਣ ਜੀ। ਇਹਦੇ ਬਾਰੇ ਤੁਸੀਂ ਕਿਉਂਕਿ ਉਹ ਕਹਿੰਦੇ ਕਿ ਉਹ ਤੇ ਇਨਸਾਨ ਚਲਾ ਗਿਆ, ਉਹ ਇਨਸਾਨ ਨੇ ਆਪਣਾ ਇੱਕ ਕਿਸਮ ਦਾ ਸਾਈਕਲ ਪੂਰਾ ਕਰਕੇ ਉਹ ਜੋ ਵੀ ਸੀਗਾ ਹੁਣ ਉਹਨੇ ਆਪਣੀ ਲਾਈਫ ਕੰਪਲੀਟ ਕਰ ਲਈ ਹੈ। ਤੇ ਅਸੀਂ ਪਿੱਛੇ ਥੋੜਾ ਜਿਹਾ ਅਸੀਂ ਜੇ ਕਹੀਏ ਸਪੈਸ਼ਲੀ ਖਾਸ ਕਰਕੇ ਜਦੋਂ ਕੋਈ ਬਿਮਾਰੀ ਦੀ ਵਜ੍ਹਾ ਕਰਕੇ ਗੁਜ਼ਰ ਜਾਂਦਾ ਹੈ ਜਾਂ ਕਿਸੇ ਨੂੰ ਦੁੱਖ ਤਕਲੀਫ ਹੁੰਦੀ ਹੈ, ਤੇ ਸਾਡੇ ਪੰਜਾਬੀ ਕਲਚਰ ਦੇ ਵਿੱਚ ਅਕਸਰ ਇਸ ਤਰ੍ਹਾਂ ਕਹਿੰਦੇ ਆ ਕਿ ਦੁੱਖ ਕੱਟਿਆ ਗਿਆ। ਚਲੋ ਉਸ ਇਨਸਾਨ ਦਾ ਦੁੱਖ ਕੱਟਿਆ ਗਿਆ, ਹੁਣ ਉਹ ਦੁੱਖ ਦੇ ਵਿੱਚ ਨਹੀਂ ਹੈ। ਤੇ ਮੰਮੀ ਕਹਿ ਰਹੇ ਸੀਗੇ ਸਾਨੂੰ ਕਿ ਅਸੀਂ ਅਕਸਰ ਕਹਿੰਦੇ ਕਿ ਇਨਸਾਨ ਮੇਰੇ ਨਾਲ ਰਵੇ, ਅਸੀਂ ਸੈਲਫਿਸ਼ ਬਣ ਜਾਂਦੇ ਹਾਂ, ਅਸੀਂ ਉਸ ਇਨਸਾਨ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹਾਂ। ਨਹੀਂ, ਆਈ ਡੋਂਟ ਥਿੰਕ ਦੈਟਸ ਦ ਕੇਸ। ਦੇਰ ਇਜ਼ ਥੋੜਾ ਜਿਹਾ ਇਹਦਾ ਐਲੀਮੈਂਟ ਹੋ ਸਕਦਾ, ਪਰ ਉਹ ਜਿਹੜਾ ਦੁੱਖ ਸਾਨੂੰ ਆਉਂਦਾ ਆ, ਦੁੱਖ ਅਸੀਂ ਫੀਲ ਕਰਦੇ, ਉਹ ਇਹ ਨਹੀਂ ਹੈ ਕਿ ਅਸੀਂ ਉਹ ਬੰਦੇ ਨੂੰ ਰੱਖਣਾ ਚਾਹੁੰਦੇ। ਸਾਨੂੰ ਪਤਾ ਹੈ ਉਹ ਬੰਦਾ ਨਹੀਂ ਹੈਗਾ, ਪਰ ਉਹ ਜਿਹੜਾ ਪਿਆਰ ਸਾਡਾ ਪਿਆਰ, ਸਾਡੀ ਰਿਲੇਸ਼ਨਸ਼ਿਪ, ਸਾਡਾ ਨਾਤਾ, ਅਸੀਂ ਉਹਨੂੰ ਮਿਸ ਕਰਦੇ ਹਾਂ। ਹਾਂਜੀ, ਤੇ ਜਿਹੜੀ ਸਾਡੀ ਫੀਲਿੰਗਸ ਆ ਉਹ ਨੈਚੁਰਲ ਆ, ਉਹ ਮਿਸ ਕਰਨਾ ਉਹ ਸੈਲਫਿਸ਼ ਨਹੀਂ ਹੈਗਾ। ਉਹ ਨਹੀਂ ਹੈਗਾ ਸੈਲਫਿਸ਼। ਅਸੀਂ ਸਮਝਦੇ ਹਾਂ ਕਿ ਉਹ ਬੰਦਾ ਸਾਡੇ ਦੁਨੀਆ 'ਚ ਨਹੀਂ ਰਿਹਾ। ਐਂਡ ਤੁਸੀਂ ਗੱਲ ਨਾਨਾ ਜੀ ਦੀ ਕੀਤੀ, ਰਾਈਟ, ਕਿ ਉਹ ਕਿੰਨੇ ਚਿਰ ਤੋਂ ਤੁਹਾਡੇ ਨਾਲ ਰਹੇ। ਜਿਹੜਾ ਅਫਸੋਸ ਆ, ਸੋਗ ਆ, ਕੋਈ ਵੀ ਬੰਦੇ ਲਈ ਹੋ ਸਕਦਾ, ਜਿਹੜਾ ਮਿਸਕੈਰੇਜਿਸ ਵੀ ਹੁੰਦੀਆਂ। ਹਾਂਜੀ, ਅਸੀਂ ਥੋੜੀ ਜਿਹੀ ਉਹਦੇ ਬਾਰੇ ਵੀ ਗੱਲ ਕੀਤੀ ਸੀ। ਇਟਸ ਨੋਟ ਡਿਊਰੇਸ਼ਨ ਕਿ ਉਹਦੀ ਨਾਤੇ ਦੀ ਲੰਬਾਈ ਤੇ ਨਾਲ ਨਹੀਂ ਅਸੀਂ ਚੱਲਣਾ, ਲੇਕਿਨ ਉਹ ਜਿਹੜਾ ਗਹਿਰਾਈ ਦੇ ਨਾਲ ਮਤਲਬ ਕਿ ਜਿਹੜਾ ਰਿਸ਼ਤਾ ਹੈ, ਇੱਥੇ ਇਹ ਤੇ ਮੈਂ ਪਹੁੰਚਣਾ ਚਾਹ ਰਹੀ ਸੀਗੀ ਕਿ ਜਿਹੜਾ ਰਿਸ਼ਤੇ ਦੀ ਲੰਬਾਈ ਲੈਂਥ ਨਾਲ ਨਹੀਂ, ਪਰ ਰਿਸ਼ਤੇ ਦੀ ਗਹਿਰਾਈ ਕਿੰਨੀ ਸੀ ਸਾਨੂੰ ਉਸ ਇਨਸਾਨ ਦੇ ਨਾਲ। ਉਸ ਗਹਿਰਾਈ ਦਾ ਜਿਹੜਾ ਅਸੀਂ ਇਮੋਸ਼ਨ, ਸਾਨੂੰ ਅਹਿਸਾਸ ਨੇ, ਉਹ ਜਦੋਂ ਅਸੀਂ ਸਮਝਦੇ ਹਾਂ, ਉਹਨੂੰ ਕੋਸ਼ਿਸ਼ ਕਰਦੇ ਸਮਝਦੀ, ਸਾਡੀ ਜਿਹੜੀ ਆਈਡੈਂਟੀਟੀ ਬਾਅਦ 'ਚ, ਠੀਕ ਹੈ, ਜੇ ਤੁਸੀਂ ਕਿਹਾ ਕਿ ਉਹ ਬੰਦੇ ਨੇ ਦੁੱਖ ਕੱਟ ਲਿਆ, ਹਾਂਜੀ, ਠੀਕ ਹੈ, ਅਸੀਂ ਉਹ ਸਮਝਦੇ ਹਾਂ ਕਿ ਦੁੱਖ ਕੱਟ ਲਿਆ, ਪਰ ਉਸ ਬੰਦੇ ਦੀ ਕਮੀ, ਉਹਨਾਂ ਦੀ ਜਿਹੜਾ ਸਾਡੇ ਘਰ ਵਿੱਚ ਰੋਲ ਸੀਗਾ, ਉਹ ਤਾਂ ਹਜੇ ਹੁਣ ਖਾਲੀ, ਉਹ ਕਹਿੰਦੇ ਨਾ ਆਈਸੋਲੇਟਡ ਜਾਂ ਵੋਇਡ, ਉਹ ਚੀਜ਼ ਤਾਂ ਹੈਗਾ ਆ ਕਿ ਕੁਝ ਮਿਸ ਹੁੰਦਾ। ਅਸੀਂ ਉਸ ਚੀਜ਼ ਨੂੰ ਉਹਦਾ ਸੋਗ ਮਨਾ ਰਹੇ ਹਾਂ। ਸੋ ਉਸ ਚੀਜ਼ ਨੂੰ ਤੁਸੀਂ ਸਮਝੋ, ਉਸ ਚੀਜ਼ ਦਾ ਤੁਸੀਂ ਵੈਲੀਡੇਸ਼ਨ, ਉਹਨੂੰ ਤੁਸੀਂ ਨਜ਼ਰ ਅੰਦਾਜ਼, ਮੈਂ ਹਮੇਸ਼ਾ ਹੀ ਕਹਿੰਦੀ ਕਿ ਉਹਨੂੰ ਨਾ ਕਰੋ। ਇਹਦਾ ਇਹ ਨਹੀਂ ਮਤਲਬ ਕਿ ਤੁਸੀਂ ਬਿਲਕੁਲ ਸੈਲਫਿਸ਼ ਹੋ, ਮੇਰੇ ਹਿਸਾਬ ਨਾਲ ਇਟਸ ਨਾਟ ਸੈਲਫਿਸ਼ਨੈਸ। ਔਰ ਡਿਪਰੈਸ਼ਨ ਜਿਹੜੀ ਆਉਂਦੀ ਆ ਗਰੀਫ ਦੇ ਵਿੱਚ, ਉਹ ਇਸ ਤਰ੍ਹਾਂ ਦੀ ਹੋ ਸਕਦੀ ਕਿ ਤੁਹਾਡਾ ਦਿਲ ਨਹੀਂ ਕਰਦਾ ਤੁਸੀਂ ਕਿਸੇ ਨਾਲ ਗੱਲ ਵੀ ਕਰੋ, ਤੁਹਾਨੂੰ ਗੱਲ ਕਰਨੀ ਵੀ ਨਹੀਂ ਆਉਂਦੀ, ਤੁਹਾਡਾ ਦਿਲ ਨਹੀਂ ਕਰਦਾ ਤੁਸੀਂ ਕੋਈ ਕੰਮ ਵੀ ਕਰੋ, ਤੁਹਾਡਾ ਮਨ ਨਹੀਂ ਲੱਗਦਾ, ਤੁਹਾਡਾ ਦਿਲ ਨਹੀਂ ਕਰਦਾ ਕਿ ਤੁਸੀਂ ਉੱਠ ਕੇ ਜਿਹੜੇ ਆਮ ਤੌਰ 'ਤੇ ਰੋਜ਼ ਦੇ ਜਿਹੜੇ ਰੂਟੀਨ ਜੋ ਤੁਹਾਡੀ ਆਪਣੀ ਹੈਗੇ ਆ, ਤੁਹਾਨੂੰ ਨਹਾਉਣਾ ਧੋਣਾ, ਖਾਣਾ ਪੀਣਾ, ਉਹ ਵੀ ਕਈ ਦਫਾ ਛੁੱਟ ਜਾਂਦਾ ਆ। ਉਹ ਜਦੋਂ ਇਨੀਸ਼ੀਅਲੀ ਜਦੋਂ ਸਾਨੂੰ ਉਹ ਸੋਗ ਜਦੋਂ ਸਾਨੂੰ ਹਿੱਟ ਹੁੰਦਾ ਆ ਕਿ ਇਹ ਕੀ ਹੋਇਆ ਆ, ਇਹ ਜਿਹੜੀ ਡਿਪਰੈਸ਼ਨ ਗਰੀਫ ਦੀ ਹੈ, ਇਹ ਨੋਰਮਲ ਹੈ, ਲੇਕਿਨ ਕਿੰਨੀ ਦੇਰ ਤੱਕ ਚੱਲਦੀ ਕਿ ਤੁਹਾਡੀ ਐਵਰੀਡੇ ਲਾਈਫ, ਤੁਹਾਡੀ ਸਿਹਤ 'ਤੇ ਅਸਰ ਜਦੋਂ ਇਹਦਾ ਪੈਂਦਾ ਆ, ਇਟਸ ਆਲਵੇਜ਼ ਤੁਹਾਨੂੰ ਰეკਮੈਂਡ ਕਰਦੇ ਕਿ ਤੁਸੀਂ ਇਹਦੇ ਲਈ ਡਾਕਟਰ ਕੋਲ ਵੀ ਜਾਓ। ਹਾਂਜੀ, ਇਹ ਤੁਸੀਂ ਪਿਛਲੇ ਹਫਤੇ ਵੀ ਥੋੜੀ ਜਿਹੀ ਗੱਲਬਾਤ ਕੀਤੀ ਸੀ। ਮੈਡੀਕੇਸ਼ਨ ਆਉਂਦੀ ਆ, ਜੇ ਤੁਸੀਂ ਡਾਕਟਰਸ ਐਡਵਾਈਸ ਕਰ ਸਕਦੇ ਕਿ ਤੁਸੀਂ ਮੈਡੀਕੇਸ਼ਨ ਲਵੋ ਜਾਂ ਕੋਈ ਹੈਲਪ ਲਵੋ, ਇਹਦੇ 'ਚ ਕੋਈ ਖਰਾਬੀ ਨਹੀਂ ਹੈ, ਬਿਲਕੁਲ। ਲੇਕਿਨ ਯੂ ਹੈਵ ਟੂ ਸੀ, ਤੁਹਾਨੂੰ ਦੇਖਣਾ ਪੈਂਦਾ ਕਿ ਤੁਹਾਨੂੰ ਕਿਹੜੀ ਚੀਜ਼ ਇਸ ਚੀਜ਼ ਤੋਂ ਥੋੜੀ ਹੈਲਪ ਕਰਦੀ ਆ। ਨਾਓ ਮੇਰੇ ਮੁਤਾਬਿਕ ਡਿਪਰੈਸ਼ਨ ਅਸੀਂ ਕਿਹਾ ਜਿਹੜੀ ਅਸੀਂ ਡਿਪਰੈਸ ਕਰਦੇ, ਜਿਹੜੀ ਚੀਜ਼ ਨੂੰ ਅਸੀਂ ਦਬਾ ਦਿੰਦੇ ਹਾਂ, ਅਸੀਂ ਜਦੋਂ ਐਕਸਪ੍ਰੈਸ ਕਰਨਾ ਸ਼ੁਰੂ ਕਰਦੇ, ਬੋਲਣਾ ਸ਼ੁਰੂ ਕਰਦੇ, ਕਿਸੇ ਨਾਲ ਸ਼ੇਅਰ ਕਰਨਾ ਸ਼ੁਰੂ ਕਰਦੇ ਹਾਂ, ਲਿਖਣਾ ਸ਼ੁਰੂ ਕਰਦੇ ਹਾਂ, ਠੀਕ ਹੈ, ਉਹ ਚੀਜ਼ ਦਾ ਜਦੋਂ ਅਸੀਂ ਬਾਹਰ ਅਹਿਸਾਸ ਬਿਆਨ ਕਰਦੇ ਹਾਂ ਨਾ, ਫਿਰ ਉਹ ਹੌਲੀ ਹੌਲੀ ਆਪਣੇ ਟਾਈਮ 'ਤੇ ਤੁਹਾਡੇ ਮੁਤਾਬਕ ਉਹ ਚੀਜ਼ ਸ਼ਿਫਟ ਹੋਣੀ ਸ਼ੁਰੂ ਹੋਏਗੀ। ਹਾਂਜੀ, ਨਾਲੇ ਜੇ ਤੁਸੀਂ ਮੈਡੀਕਲੀ ਵੀ ਹੈਲਪ ਲਈ ਆ, ਤੁਸੀਂ ਜੇ ਥੈਰੇਪੀ ਲਈ ਵੀ ਜਾਂਦੇ ਹੋ, ਕਾਉਂਸਲਿੰਗ ਲਈ ਜਾਂਦੇ ਹੋ, ਪਰ ਜਿਹੜੀ ਡਿਪਰੈਸ਼ਨ ਹੈ ਉਹ ਇੱਕ ਸਟੇਜ ਆਉਂਦੀ ਹੈ, ਸਾਰਿਆਂ ਦੇ 'ਚ ਡਿਫਰੈਂਟ ਟਾਈਮ ਲਈ ਆਉਂਦੀ। ਮੇਰੇ ਡੈਡ ਦੀ ਜਦੋਂ ਡੈਥ ਹੋਈ ਸੀ, ਮੇਰੇ ਪਾਪਾ ਦੀ ਡੈਥ, ਮੇਰੀ ਮੰਮੀ ਨੂੰ ਡਿਪਰੈਸ਼ਨ ਹੋ ਗਈ ਸੀ। ਹਾਂਜੀ, ਕਾਫੀ ਚਿਰ ਲਈ ਡਿਪਰੈਸ਼ਨ, ਉਹਨਾਂ ਨੇ ਗੋਲੀਆਂ ਵੀ ਲਈਆਂ ਸੀ ਡਿਪਰੈਸ਼ਨ ਦੀਆਂ, ਮੈਡੀਕੇਸ਼ਨ। ਔਰ ਇਟ ਵਾਜ਼ਨਟ ਜਸਟ ਕਿ ਮੇਰੇ ਡੈਡ ਦੀ ਡੈਥ ਹੋ ਗਈ ਕਿ ਉਹ ਵੀ, ਉਹਨਾਂ ਦਾ ਜਿਹੜਾ ਰੋਲ, ਹੁਣ ਮੇਰਾ ਮੇਰਾ ਪਾਰਟਨਰ ਨਹੀਂ ਰਿਹਾ, ਮੇਰੇ ਬੱਚੇ ਕਿੱਥੇ ਨਾ, ਕਿੰਨੇ ਖਿਆਲ ਆਉਂਦੇ। ਔਰ ਇੱਕ ਚੀਜ਼ ਦਾ ਲਾਸ ਨਹੀਂ ਹੁੰਦਾ, ਇਹ ਵੀ ਆਪਾਂ ਗੱਲ ਕੀਤੀ ਸੀ,
ਕਿੰਨੀਆਂ ਚੀਜ਼ਾਂ ਦਾ ਅਸਰ ਹੁੰਦਾ ਆ ਇੱਕ ਇਨਸਾਨ ਨਾਲ ਜਾਂ ਇੱਕ ਰਿਸ਼ਤੇ ਨਾਲ, ਕਿੰਨੇ ਹੋਰ ਰਿਸ਼ਤੇ, ਕਿੰਨੇ ਹੋਰ ਆਈਡੈਂਟੀਟੀਜ਼, ਰੋਲਸ, ਸੈਕੰਡਰੀ ਲਾਸਿਸ ਅਸੀਂ ਕਹਿੰਦੇ ਹਾਂ, ਜਿਹੜੇ ਅਫੈਕਟ ਹੁੰਦੇ ਆ। ਸੋ ਇਹ ਡਿਪਰੈਸ਼ਨ ਜਿਹੜੀ ਆ ਇਹ ਸਟੇਜ ਇੱਕ ਆਉਂਦੀ ਆ ਗਰੀਫ ਦੇ ਵਿੱਚ। ਇਹਦਾ ਜਦੋਂ ਤੁਸੀਂ ਆਪਣੀ ਲਾਈਫ ਨੂੰ ਸਮੇਟ ਲੈਂਦੇ ਹੋ, ਥੋੜ੍ਹਾ ਸ਼ੁਰੂ ਕਰਦੇ ਹੋ, ਥੋੜ੍ਹਾ ਤੁਸੀਂ ਜਿਹੜੀ ਆਪਾਂ ਹੁਣ ਨੈਕਸਟ ਸਟੇਜ 'ਤੇ ਆਵਾਂਗੇ, ਹਾਂਜੀ, ਉਹ ਫਿਰ ਤੁਹਾਡੀ ਡਿਪਰੈਸ਼ਨ ਹੌਲੀ 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 ਘਟਣ ਲੱਗਦੀ ਆ। ਇੱਥੇ ਫਿਰ ਫਰਕ ਆਉਂਦਾ, ਜਿਹੜੀ ਆਮ ਤੌਰ 'ਤੇ ਡਿਪਰੈਸ਼ਨ ਉਹ ਕੋਈ ਹੋਰ ਚੀਜ਼ ਆ, ਉਹਦਾ ਕਾਰਨ ਕੁਛ ਹੋਰ ਆ, ਉਸ ਕਾਰਨ ਨੂੰ ਤੁਸੀਂ ਜਦੋਂ ਪਕੜੋ ਉਹ ਫਿਰ ਅਸੀਂ ਉਹ ਚੀਜ਼ ਦਾ ਹੱਲ ਲੱਗਦੇ। ਪਰ ਜਿਹੜਾ ਸੋਗ ਆ ਉਹ ਤੁਹਾਡੀ ਜ਼ਿੰਦਗੀ, ਜਿੱਦਾਂ ਕਹਿੰਦੇ ਨਾ ਕਿ ਤੁਸੀਂ ਗਰੀਫ ਦੇ ਆਲੇ ਦੁਆਲੇ ਤੁਸੀਂ ਗਰੋ ਕਰਦੇ ਹੋ। ਹਾਂਜੀ, ਅਸੀਂ ਗੱਲ ਕੀਤੀ ਸੀਗੀ ਕਿ ਜਿਹੜਾ ਵੀ ਸਾਨੂੰ ਦੁੱਖ ਹੁੰਦਾ ਉਹ ਦੁੱਖ ਨਹੀਂ ਖਤਮ ਹੋ ਜਾਂਦਾ, ਉਹ ਦੁੱਖ ਨਹੀਂ ਚਲਾ ਜਾਂਦਾ, ਪਰ ਅਸੀਂ ਕੀ ਕਰਨਾ ਸ਼ੁਰੂ ਕਰ ਦਿੰਦੇ ਹਾਂ, ਅਸੀਂ ਉਸ ਦੁੱਖ ਦੇ ਆਲੇ ਦੁਆਲੇ ਆਪਣੀ ਜ਼ਿੰਦਗੀ ਨੂੰ ਜੀਣਾ ਸ਼ੁਰੂ ਕਰ ਦਿੰਦੇ ਹਾਂ। ਸੋ ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਕਿ ਜਿਹੜੀ ਵੀ ਇੱਕ ਤੁਸੀਂ ਇਹ ਵੀ ਖਾਸ ਗੱਲ ਕੀਤੀ ਕਿ ਡਿਪਰੈਸ਼ਨ ਡਿਫਰੈਂਟ ਹੁੰਦੀ ਹੈ, ਜੋ ਆਈ ਨੋ ਅਸੀਂ ਆਮ ਤੌਰ ਮਤਲਬ ਕਿ ਜੋ ਬਿਨਾਂ ਕਿਸੇ ਦੇ ਗੁਜ਼ਰ ਜਾਣ ਤੋਂ ਸਾਡੀ ਲਾਈਫ ਦੇ ਵਿੱਚ ਡਿਪਰੈਸ਼ਨ ਹੁੰਦੀ ਹੈ, ਨੌਨ ਗ੍ਰੀਫ ਡਿਪਰੈਸ਼ਨ ਕਹਿ ਲਓ। ਤੇ ਜੋ ਗ੍ਰੀਫ ਦੀ ਡਿਪਰੈਸ਼ਨ ਹੁੰਦੀ ਆ ਉਹਦੇ ਵਿੱਚ ਇਹ ਖਾਸ ਫਰਕ ਕਿਹੜਾ ਹੁੰਦਾ ਭੈਣ ਜੀ ਫਿਰ, ਸਪੈਸ਼ਲੀ ਕਿ ਕਿਉਂਕਿ ਡਿਪਰੈਸ਼ਨ ਜ਼ਾਹਿਰ ਤੇ ਉਸੇ ਤਰੀਕੇ ਦੇ ਵਿੱਚ ਹੁੰਦੀ ਹੈ ਜੋ ਨੌਨ ਗ੍ਰੀਫ ਹੋਏ ਚਾਹੇ ਗ੍ਰੀਫ ਵਾਲੀ ਹੋਵੇ, ਕਿ ਉਹਦੇ ਵਿੱਚ ਵੀ ਕੋਈ ਫਰਕ ਹੁੰਦਾ ਕਿ ਉਹ ਆਪਣੇ ਆਪ ਨੂੰ ਮੈਨੀਫੈਸਟ ਕਿਵੇਂ ਕਰਦੀ ਹੈ, ਕਿ ਸਾਨੂੰ ਕਿਵੇਂ ਨਜ਼ਰ ਕਿਵੇਂ ਆਉਂਦੀ ਹੈ ਉਹਦਾ, ਕਿ ਉਹਦੇ ਜਿਹੜੇ ਸਿੰਪਟਮਸ ਆ ਉਹ ਸੇਮ ਹੁੰਦੇ ਨੇ। ਸੇਮ ਹੀ ਆ, ਕਿਉਂਕਿ ਤੁਸੀਂ ਆਹੀ, ਤੁਹਾਡਾ ਮਨ ਨਹੀਂ ਲੱਗਦਾ, ਤੁਸੀਂ ਬਹੁਤ ਜ਼ਿਆਦਾ ਉਦਾਸ ਰਹਿੰਦੇ ਹੋ, ਤੁਹਾਡੇ ਦਿਮਾਗ ਵਿੱਚ ਖਿਆਲ ਵੀ ਆਉਣਗੇ ਬਹੁਤ ਸੈਡ। ਕਈ ਵਾਰੀ ਤੁਸੀਂ ਆ ਵੀ ਸੋਚ ਸਕਦੇ ਹੋ ਕਿ ਮੈਂ ਕਿਉਂ ਇੱਥੇ ਸਟਿਲ, ਮੈਨੂੰ ਕਿਉਂ ਨਹੀਂ ਰੱਬ ਲੈ ਗਿਆ, ਤੁਹਾਨੂੰ ਉਹੋ ਜਿਹੇ ਖਿਆਲ ਆਉਣਗੇ, ਤੁਹਾਨੂੰ ਆਪਣੀ ਜ਼ਿੰਦਗੀ ਦਾ ਮਕਸਦ ਕਈ ਵਾਰੀ ਨਹੀਂ ਪਤਾ ਹੁੰਦਾ। ਸੋ ਉਹ ਸਿਮਿਲੈਰਿਟੀਜ਼ ਹੈਗੀਆਂ ਆ, ਲੇਕਿਨ ਇਹਦਾ ਕਾਰਨ ਇਸ ਕਰਕੇ ਸਾਨੂੰ ਪਤਾ ਹੁੰਦਾ ਕਿ ਤੁਹਾਡਾ ਲਾਸ ਹੋਇਆ। ਹਾਂਜੀ, ਹੈ ਨਾ। ਕਈ ਦਫਾ ਜਿਹੜੀ ਕਲੀਨਿਕਲ ਡਿਪਰੈਸ਼ਨ ਤੁਸੀਂ ਜ਼ਿੰਦਗੀ ਵਿੱਚ ਚੱਲ ਰਹੇ ਹੋ, ਪਰ ਤੁਸੀਂ ਸੇਮ ਸਿੰਪਟਮਸ ਫੀਲ ਕਰਦੇ ਹੋ, ਪਰ ਤੁਹਾਨੂੰ ਲੌਜਿਕਲੀ ਤੁਹਾਨੂੰ ਇੱਕਦਮ ਪਤਾ ਨਹੀਂ ਲੱਗਦਾ ਕਿ ਕਿਸ ਚੀਜ਼ ਤੋਂ ਮੈਨੂੰ ਹੋਇਆ ਕੀ ਹੈ ਕਿ ਮੈਂ ਹੁਣ ਇਸ ਤਰ੍ਹਾਂ ਫੀਲ ਕਰ ਰਹੀ। ਜਿਹੜੀ ਗਰੀਫ ਦੀ ਆ, ਤੁਹਾਨੂੰ ਪਤਾ ਹੁੰਦਾ ਕਿ ਮੈਂ ਕਿਸੇ ਬੰਦੇ ਨੂੰ ਲੂਜ਼ ਕੀਤਾ ਆ ਜਾਂ ਮੇਰੇ ਲਾਸ ਕੋਈ ਹੋਇਆ ਆ। ਸੋ ਤੁਹਾਨੂੰ ਉਹਦਾ ਕਾਰਨ ਐਟਲੀਸਟ ਪਤਾ ਹੁੰਦਾ, ਉਹਦੇ ਫਿਰ ਆਲੇ ਦੁਆਲੇ ਉਸ ਕਾਰਨ ਦੇ ਕੀ ਹੁੰਦਾ ਆ, ਉਹ ਫਿਰ ਤੁਹਾਡੀ ਜ਼ਿੰਦਗੀ ਵਿੱਚ ਉਹ ਇਸ ਤਰ੍ਹਾਂ ਡਿਪਰੈਸ਼ਨ ਦੇ ਮੈਨੂੰ ਲੱਗਦਾ ਹੌਲੀ ਹੌਲੀ ਆਉਂਦਾ। ਹਾਂਜੀ, ਮੈਨੂੰ ਲੱਗਦਾ ਇਹ ਬਹੁਤ ਜ਼ਰੂਰੀ ਗੱਲ ਹੈ ਜਿਹੜੀ ਤੁਸੀਂ ਕਹੀ ਹੈ ਕਿ ਇਹਦਾ ਇਹ ਰੀਜ਼ਨ ਹੁੰਦਾ, ਇਹ ਕਾਰਨ ਹੁੰਦਾ, ਕਿਉਂਕਿ ਅਗਰ ਅਸੀਂ ਉਹ ਕਾਰਨ ਸਮਝ ਲਈਏ ਫਿਰ ਅਸੀਂ ਥੋੜ੍ਹਾ ਜਿਹਾ ਆਪਣੇ ਆਪ ਨਾਲ ਸਹਿਜ ਵੀ ਵੱਧ ਸਕਦੇ ਹਾਂ ਕਿ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ। ਫਿਰ ਕਿਉਂਕਿ ਅਕਸਰ ਅਸੀਂ ਆਪਣੇ ਆਪ ਨੂੰ ਕਹਿੰਦੇ ਕਿ ਮੈਂ ਕਿਉਂ ਨਹੀਂ ਠੀਕ ਹੋ ਰਹੀ, ਕਿ ਕੋਈ ਤਕਲੀਫ, ਕਿਉਂਕਿ ਡਿਪਰੈਸ਼ਨ ਇੱਕ ਇਹੋ ਜਿਹੀ ਚੀਜ਼ ਆ ਸ਼ਾਇਦ ਸਾਰਿਆਂ ਦੀ ਜ਼ਿੰਦਗੀ ਨੂੰ ਛੂੰਹਦੀ ਹੈ। ਮਤਲਬ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਡਿਪਰੈਸ਼ਨ ਵਿੱਚ ਦੀ ਲੰਘੇ ਹੋ, ਤੁਸੀਂ ਕਿਸੇ ਨੂੰ ਜਾਣਦੇ ਹੋਵੋਗੇ ਜੋ ਡਿਪਰੈਸ਼ਨ ਵਿੱਚ ਹੈ ਜਾਂ ਲੰਘਿਆ ਹੋਇਆ ਹੈ। ਮੈਨੂੰ ਖੁਦ ਨੂੰ, ਮੈਂ ਕਾਫੀ ਸਾਲਾਂ ਤੋਂ, ਮੇਰੀ ਸਮਝ ਹੈ ਜੋ ਮੇਰੇ ਤਜਰਬੇ ਦੇ ਨਾਲ ਹੈ, ਡਿਪਰੈਸ਼ਨ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕਦੇ ਜਾਂਦੀ ਨਹੀਂ ਹੈਗੀ, ਪਰ ਤੁਸੀਂ ਉਹਦੇ ਨਾਲ ਰਹਿਣਾ ਸਿੱਖ ਲੈਂਦੇ ਹੋ। ਜਿਵੇਂ ਕੋਈ ਵੀ ਬਿਮਾਰੀ ਹੁੰਦੀ ਹੈ, ਉਹ ਤੁਹਾਡੇ ਨਾਲ, ਉਹ ਬਿਮਾਰੀ ਹੈ, ਉਹ ਬਿਮਾਰੀ ਦੇ ਨਾਲ ਅਸੀਂ ਕਿਵੇਂ ਰਹਿਣਾ ਉਹ ਅਸੀਂ ਸਿੱਖ ਜਾਂਦੇ ਹਾਂ। ਪਰ ਇਹ ਮੈਨੂੰ ਗੱਲ ਤੁਹਾਡੀ ਬੜੀ ਉਹ ਲੱਗੀ ਕਿ ਇਹ ਵਾਲੀ ਡਿਪਰੈਸ਼ਨ ਸਾਨੂੰ ਪਤਾ ਚੱਲਦਾ ਹੈ ਕਿ ਇਹ ਇਸ ਰੀਜ਼ਨ ਕਰਕੇ ਹੈ। ਇਹਦਾ ਟ੍ਰਿਗਰ ਜਿਹੜਾ ਸ਼ੁਰੂਆਤ ਹੈ ਕਿ ਤੁਹਾਡਾ ਲਾਸ ਹੋਇਆ, ਕਿਸ ਤਰ੍ਹਾਂ ਹੋਇਆ, ਕੀ ਹੋਇਆ, ਉਹਦੇ ਨਾਲ ਮੇਰੇ ਕਿੰਨੇ ਚੀਜ਼ਾਂ ਰਿਪਲ ਆਊਟ ਹੋਈਆਂ, ਉਹਦਾ ਅਸਰ ਹੋਇਆ। ਤੇ ਜਦੋਂ ਸਾਨੂੰ ਪਤਾ ਚੱਲ ਜਾਂਦਾ ਕਿ ਇਹ ਇਸ ਰੀਜ਼ਨ ਕਰਕੇ ਹੈ, ਫਿਰ ਅਸੀਂ ਉਹਨੂੰ ਸਹਿਜ ਦੇ ਨਾਲ ਉਹਦੇ ਵੱਲ, ਜਿਵੇਂ ਦੂਸਰੀ ਡਿਪਰੈਸ਼ਨ ਅਸੀਂ ਆਪਣੇ ਆਪ ਨੂੰ ਕੋਸ ਲੈਂਦੇ ਕਿ ਕਿਉਂ ਤੈਨੂੰ ਕੁਝ ਹੋਇਆ ਨਹੀਂ, ਉੱਠ ਬੈਠ ਚੋਂ ਨਿਕਲ, ਨਹਾ ਧੋ। ਪਰ ਇਸ ਸਮੇਂ ਅਸੀਂ ਆਪਣੇ ਆਪ ਨਾਲ ਬੜਾ ਸਹਿਜ ਤੇ ਬੜਾ ਪਿਆਰ ਵਰਤ ਸਕਦੇ ਹਾਂ ਕਿ ਕੋਈ ਗੱਲ ਨਹੀਂ, ਇਹ ਇਸ ਕਰਕੇ ਹੋ ਰਹੀ ਹੈ। ਪੈਸ਼ਨੇਟ, ਥੋੜਾ ਕਾਈਂਡਨੈਸ, ਦਇਆ ਦੇ ਨਾਲ, ਆਪਣੇ ਦਇਆ ਨਾਲ ਤੁਸੀਂ ਵਰਤੋ। ਸੋ ਇਹ ਜਿਹੜੀ ਸਟੇਜ ਹੈ ਇਹ ਕਾਫੀ ਮਤਲਬ ਇੰਪੋਰਟੈਂਟ ਸਟੇਜ ਹੈ, ਜਿਹੜੀ ਸਾਰੇ, ਲਾਈਕ ਆਈ ਸੈਡ, ਸਾਰਿਆਂ ਨੂੰ ਜ਼ਰੂਰੀ ਨਹੀਂ ਹੈ ਕਿ ਇਹ ਚੀਜ਼ 'ਚੋਂ ਗੁਜ਼ਰਨ, ਪਰ ਇਹਦਾ ਪਤਾ ਹੋਣਾ ਚਾਹੀਦਾ। ਕਿਉਂਕਿ ਅਕਸਰ ਲੋਕੀ ਕਹਿੰਦੇ ਕਿ ਪਤਾ ਨਹੀਂ ਕਿਉਂ ਮੈਨੂੰ ਹੁਣ 6 ਮਹੀਨੇ ਹੋ ਗਏ ਨੇ, ਸਾਲ ਹੋ ਗਿਆ, ਅਸੀਂ ਸਮਾਂ ਬੰਨਣਾ ਮੇਰਾ ਮਨ ਨਹੀਂ ਲੱਗ ਰਿਹਾ, ਮੈਨੂੰ ਬਹੁਤ ਸਮਾਂ ਜਾ ਰਿਹਾ, ਮੇਰਾ ਦਿਲ ਨਹੀਂ ਕਰਦਾ ਮੈਂ ਕਿਸੇ ਨਾਲ ਗੱਲ ਕਰਾਂ, ਮੈਂ ਬਾਹਰ ਜਾਵਾਂ, ਮੈਂ ਲੋਕਾਂ ਨਾਲ ਮਿਲਾਂ। ਹਾਂਜੀ, ਇਹ ਕਿਉਂਕਿ ਇਹ ਨੋਰਮਲ ਫੇਜ਼ ਹੁੰਦਾ ਆ। ਇਹਦੇ ਨਾਲ ਫਿਰ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਆਪਣਾ ਧਿਆਨ ਰੱਖ ਸਕਦੇ ਹੋ, ਕੀ ਕਰ ਸਕਦੇ ਹੋ। ਤੇ ਭੈਣ ਜੀ, ਤੁਹਾਨੂੰ ਲੱਗਦਾ ਕਿ ਥੋੜਾ ਜਿਹਾ ਇਸ ਚੀਜ਼ ਦੇ ਨਾਲ ਗਿਲਟ
ਵੀ ਐਸੋਸੀਏਟ ਹੋ ਜਾਂਦਾ ਹੈ, ਕਿਉਂਕਿ ਅਸੀਂ ਜਦੋਂ ਕਹਿੰਦੇ ਆ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਬਾਹਰ ਜਾਣ ਦਾ, ਕਈ ਇਸ ਤਰ੍ਹਾਂ ਦੇ ਵੀ ਸਮੇਂ ਆਉਂਦੇ ਆ, ਕੋਈ ਮੌਕਾ ਹੁੰਦਾ ਕਿ ਸਾਨੂੰ ਬਾਹਰ ਜਾਣਾ ਪੈਂਦਾ ਹੈ, ਕੋਈ ਦਿਨ ਤਿਉਹਾਰ 'ਤੇ, ਕਿ ਸਾਡੇ ਤਾਂ ਚਲੋ ਅਸੀਂ ਤੇ ਜੋ ਗੁਜ਼ਰ ਰਹੇ ਹਾਂ ਉਹਦੇ ਵਿੱਚ ਦੀ ਗੁਜ਼ਰ ਰਹੇ ਹਾਂ, ਪਰ ਸਾਡੇ ਹੋਰ ਕੋਈ ਰਿਸ਼ਤੇਦਾਰ ਦੇ ਘਰ ਦੇ ਵਿੱਚ ਖੁਸ਼ੀ ਦਾ ਮੌਕਾ ਹੈ, ਫਿਰ ਅਸੀਂ ਉੱਥੇ ਵੀ ਆਪਣੀ ਹਾਜ਼ਰੀ ਲਾਉਣੀ ਹੈ। ਤੇ ਜੇ 2 ਮਿੰਟ ਸਾਨੂੰ ਖੁਸ਼ੀ ਵੀ ਮਿਲ ਜੇ, ਅਸੀਂ ਹੱਸ ਖੇਡ ਲਈਏ, ਫਿਰ ਅਸੀਂ ਕਦੇ ਕਦੇ ਉਹਦੇ ਨਾਲ ਗਿਲਟੀ ਵੀ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਮੈਂ ਤੇ ਦੁੱਖ ਦੇ ਵਿੱਚ, ਮੈਂ ਮੈਨੂੰ ਦੁੱਖ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਮੈਂ ਖੁਸ਼ੀ ਕਿਵੇਂ ਮਨਾ ਰਿਹਾ ਹਾਂ। ਬਿਲਕੁਲ ਹੈ, ਬਹੁਤ ਇੰਪੋਰਟੈਂਟ ਗੱਲ ਤੁਸੀਂ ਛੇੜੀ ਕਿ ਇਸ ਤਰ੍ਹਾਂ ਹੁੰਦਾ, ਬਹੁਤ ਹੁੰਦਾ, ਕਿਉਂਕਿ ਤੁਹਾਨੂੰ ਸਡਨਲੀ ਯਾਦ, ਤੁਸੀਂ ਥੋੜੇ ਸਮੇਂ ਲਈ ਭੁੱਲ ਕੇ ਖੈਰ ਨਹੀਂ ਜਾਂਦੇ, ਭੁੱਲਦੇ ਨਹੀਂ, ਤੁਹਾਡੀ ਲਾਈਫ ਜਿਹੜੀ ਉਹ ਤੁਰਦੀ ਆ, ਜਿਹੜਾ ਸਮਾਂ ਅਸੀਂ ਬੰਦੇ ਨਹੀਂ ਆ, ਸਮਾਂ ਤਾਂ ਤੁਰਦਾ ਆ, ਤੇ ਅਸੀਂ ਥੋੜਾ ਥੋੜਾ ਆਪਣੀ ਲਾਈਫ ਵਿੱਚ ਚੱਲਣ ਲੱਗਦੇ ਆ। ਸੋ ਥੋੜੇ ਸ਼ੁਰੂਆਤ ਵਿੱਚ ਸਪੈਸ਼ਲੀ ਅਸੀਂ ਥੋੜੇ ਸਮੇਂ ਲਈ ਭੁੱਲ ਜਾਣੇ, ਥੋੜਾ ਜਿਹਾ ਹੱਸ ਖੇਡ ਲਿਆ, ਫਿਰ ਸਾਨੂੰ ਇੱਕਦਮ ਯਾਦ ਆ ਜਾਂਦਾ ਕਿ ਮੈਂ ਤੇ ਦੁੱਖ ਦੇ ਵਿੱਚ ਸੀ, ਮੇਰੇ ਨਾਲ ਤਾਂ ਇਹ ਬੀਤਿਆ, ਮੇਰੇ ਇਸ ਬੰਦੇ ਦੀ ਡੈਥ ਹੋਈ, ਮੈਂ ਕਿਸ ਤਰ੍ਹਾਂ ਖੁਸ਼ੀ ਮਨਾ ਲਵਾਂ। ਉਹ ਸ਼ੁਰੂ ਵਿੱਚ ਬਹੁਤ ਕਾਮਨ ਹੈ ਇਹ ਚੀਜ਼ ਆਉਂਦੀ, ਤੁਹਾਨੂੰ ਰੀਅਲਾਈਜੇਸ਼ਨ ਹਿੱਟ ਹੁੰਦੀ ਆ, ਤੁਹਾਡੇ ਅਪਸ ਐਂਡ ਡਾਊਨਸ ਆਉਂਦੇ ਆ। ਇਹ ਜਿਹੜੀਆਂ, ਜਿੱਦਾਂ ਮੈਂ ਕਿਹਾ, ਕੋਈ ਰਾਈਟ ਕੋਈ ਰੋਂਗ ਨਹੀਂ ਹੁੰਦਾ, ਪਰ ਇਹਦਾ ਅਵੇਅਰਨੈਸ ਸਾਨੂੰ ਹੋਣਾ ਚਾਹੀਦਾ ਆ। ਪਰ ਉਸ ਚੀਜ਼ ਲਈ ਅਗਰ ਕੋਈ ਇਹਦੇ ਵਿੱਚੋਂ ਗੁਜ਼ਰ ਰਿਹਾ ਹੈ ਜਾਂ ਕਿਸੇ ਦੇ ਨਾਲ ਹੋਇਆ, ਉਸ ਇਨਸਾਨ ਨੂੰ ਤੁਸੀਂ ਕੀ ਕਹੋਗੇ ਫਿਰ? ਕਿ ਉਹ ਤੇ ਸਾਨੂੰ ਪਤਾ, ਅਸੀਂ ਇੱਥੇ ਬੈਠੇ ਗੱਲਾਂ ਕਰ ਰਹੇ ਹਾਂ ਕਿ ਕੁਝ ਸਹੀ ਜਾਂ ਗਲਤ ਨਹੀਂ ਹੁੰਦਾ, ਸਿਰਫ ਹੁੰਦਾ ਹੈ ਕਿ ਚਲੋ ਜੇ ਖੁਸ਼ੀ ਮਨਾ ਵੀ ਲਈ, ਫਿਰ ਉਹ ਜਿਹੜਾ ਉਹਦੇ ਪਿੱਛੇ ਜਿਹੜਾ ਗਿਲਟ ਉਹਦੇ ਨਾਲ ਆਉਂਦਾ, ਕਿ ਉਹਨੂੰ ਅਸੀਂ ਕਿਵੇਂ ਸੰਭਾਲਿਆ ਜਾਏ। ਇਹਦਾ ਤਾਂ ਤੁਹਾਨੂੰ ਪਹਿਲੇ ਤਾਂ ਤੁਸੀਂ ਰੈਕਗਨਾਈਜ਼ ਕਰੋ ਕਿ ਉਹ ਪਹਿਚਾਨੋ ਕਿ ਮੈਂ ਗਿਲਟੀ ਫੀਲ ਕਰ ਰਹੀ ਹਾਂ। ਹਾਂਜੀ, ਫਿਰ ਇਹਦਾ ਤੁਹਾਡੇ ਨਾਲ ਜੋ ਕਿ ਨਾ ਕੰਪੈਸ਼ਨੇਟ ਦਇਆ, ਆਪਣੇ ਨਾਲ ਤੁਸੀਂ ਕੰਪੈਸ਼ਨੇਟ ਰਹੋ ਕਿ ਕੋਈ ਗੱਲ ਨਹੀਂ, ਮੈਂ ਉਸ ਬੰਦੇ ਨੂੰ, ਇਹਦਾ ਡਰ ਪਤਾ ਕੀ ਹੁੰਦਾ ਕਿ ਅਸੀਂ ਉਹ ਜਾਂ ਭੁੱਲ ਤਾਂ ਨਹੀਂ ਗਏ। ਅੱਛਾ, ਹਾਂਜੀ, ਇਹ ਗੱਲ ਹੁੰਦੀ ਨਾ ਕਿ ਉਹ ਮੈਂ ਹੱਸ ਪਈ ਹਾਂ, ਮੈਨੂੰ ਤੇ ਹੁਣ ਇਹਦਾ ਮਤਲਬ ਕਿ ਮੈਂ ਉਹਦੇ ਵਿੱਚੋਂ ਨਿਕਲ ਚੁੱਕੀ, ਜਾਂ ਮੇਰਾ ਕਿਸੇ ਕਿਸਮ ਦਾ ਪਿਆਰ ਘਟ ਗਿਆ, ਜਾਂ ਮੈਂ ਭੁੱਲ ਤਾਂ ਨਹੀਂ ਗਈ। ਇਹ ਚੀਜ਼ ਆਉਂਦੀ ਆ, ਅਸੀਂ ਸਾਰੀ ਉਮਰ ਉਸ ਬੰਦੇ ਨੂੰ ਨਹੀਂ ਭੁਲਾਵਾਂਗੇ, ਉਹ ਪਿਆਰ ਹਮੇਸ਼ਾ ਸਾਡੇ ਨਾਲ ਰਹੇਗਾ। ਇਨਸਾਨ ਚਲੇ ਜਾਂਦਾ ਹੈ ਲੇਕਿਨ ਪਿਆਰ ਹਮੇਸ਼ਾ ਜ਼ਿੰਦਾ ਰਹਿੰਦਾ ਹੈ। ਹਾਂਜੀ, ਉਹ ਤੁਹਾਡੇ ਦਿਲ ਵਿੱਚ ਹੈ। ਸੋ ਜਦੋਂ ਤੁਸੀਂ ਆਪਣੇ ਆਪ ਨੂੰ ਇਹ ਯਾਦ ਦਿਲਾਓ, ਫਿਰ ਇਹ ਚੀਜ਼ ਤੋਂ ਅਸੀਂ ਹੌਲੀ ਹੌਲੀ ਉੱਭਰ ਸਕਦੇ ਹਾਂ, ਨਿਕਲ ਸਕਦੇ ਹਾਂ। ਸੋ ਇਹ ਵੀ ਇੱਕ ਕਿਸਮ ਦਾ ਆਪਣੇ ਆਪ ਨੂੰ ਇਹ ਕਹਿ ਦੇਣਾ ਕਿ ਦੋਨੋਂ ਚੀਜ਼ਾਂ ਵੀ ਇੱਕ ਸਮੇਂ ਤੇ ਇੱਕ ਟਾਈਮ ਤੇ ਦੋਨੋਂ ਇਕੱਠੀਆਂ ਵੀ ਹੋ ਸਕਦੀਆਂ ਨੇ। ਬਿਲਕੁਲ, ਖੁਸ਼ੀ ਔਰ ਗਮੀ ਇੱਕ ਦੋਨੋਂ ਚੀਜ਼ਾਂ ਇੱਕ ਸਾਥ ਰਹਿੰਦੀਆਂ ਨੇ। ਠੀਕ ਹੈ, ਹਾਂਜੀ। ਸੋ ਇਹ ਜਿਹੜੀ ਸਟੇਜ ਆਪਾਂ ਡਿਪਰੈਸ਼ਨ ਦੀ ਕੀਤੀ ਗੱਲ, ਜਿਹੜੀ ਹੌਲੀ ਹੌਲੀ ਉਸ ਤੋਂ ਹੁਣ ਅਸੀਂ ਅਗਲੀ ਸਟੇਜ ਜਿਹੜੀ ਬਾਹਰ, ਉਹ ਕਹਿੰਦੇ ਐਕਸੈਪਟੈਂਸ, ਉਹਨੂੰ ਮੰਨਣਾ। ਹਾਂਜੀ, ਇਹ ਨਹੀਂ, ਇਹਦਾ ਮੈਂ ਥੋੜਾ ਜਿਹਾ ਡਿਸਟਿੰਕਸ਼ਨ ਲਿਆਦਾ, ਇਹ ਚੀਜ਼ ਨਹੀਂ ਮੰਨਣੀ ਕਿ ਡੈਥ ਹੋਈ ਆ ਜਾਂ ਕਿਸ ਤਰ੍ਹਾਂ ਹੋਈ ਆ, ਕਿਉਂਕਿ ਲੋਕਾਂ ਦੀ ਕਿੰਨੇ ਡਿਫਰੈਂਟ ਟਾਈਪਸ ਦੇ ਟਰਾਮਾ ਹੁੰਦੇ, ਡੈਥਸ ਹੁੰਦੀਆਂ, ਕਿ ਜੇ ਤੁਸੀਂ ਕਹੋ ਤੂੰ ਮੈਨੂੰ ਕਹਿ ਰਹੀ ਕਿ ਮੈਂ ਐਕਸੈਪਟ ਕਰ ਲਾਂ ਕਿ ਮੇਰੇ ਲਾਈਕ ਐਕਸੀਡੈਂਟ ਹੋ ਗਿਆ, ਕਿਵੇਂ ਐਕਸੈਪਟ? ਇਹ ਚੀਜ਼ ਨਹੀਂ, ਐਕਸੈਪਟੈਂਸ ਜਿੱਦਾਂ ਆਪਣੇ 'ਚ ਕਹਿੰਦੇ ਤੁਸੀਂ ਪਾਣਾ ਮੰਨੋ, ਜਾਂ ਹਾਂਜੀ, ਅਸੀਂ ਇਹਦੇ ਬਾਰੇ ਵੀ ਗੱਲ ਹੌਲੀ ਹੌਲੀ ਅਸੀਂ ਐਕਸੈਪਟ ਕਰਦੇ ਕਿ ਵਾਕਈ ਮੇਰਾ ਜਿਹੜਾ ਲਵਡ ਵਨ ਆ, ਪਿਆਰਾ ਨਹੀਂ ਰਿਹਾ। ਔਰ ਮੈਨੂੰ ਲੱਗਦਾ ਸ਼ਾਇਦ ਐਕਸੈਪਟੈਂਸ ਇਸ ਚੀਜ਼ ਦੀ ਵੀ ਹੋ ਜਾਂਦੀ ਹੈ ਕਿ ਹੁਣ ਜ਼ਿੰਦਗੀ ਇਸ ਤਰ੍ਹਾਂ ਦੀ ਹੈ ਉਸ ਇਨਸਾਨ ਦੇ ਬਗੈਰ, ਕਿ ਹੁਣ ਮੇਰੀ ਜ਼ਿੰਦਗੀ ਉਸ ਬੰਦੇ ਤੋਂ ਫਿਜ਼ੀਕਲੀ ਉਸ ਬੰਦੇ ਦੀ ਮੇਰੇ ਹੁਣ ਅਸੀਂ ਇਕੱਠੇ ਨਹੀਂ ਹੈਗੇ, ਜ਼ਿੰਦਗੀ 'ਚ ਨਹੀਂ ਹੈ। ਹੁਣ ਮੇਰੀ ਜ਼ਿੰਦਗੀ ਜਿਹੜੀ ਚੱਲ ਰਹੀ ਹੈ, ਮੈਂ ਉਸ ਚੀਜ਼, ਉਹ ਜਿਹੜਾ ਲੋਸ ਆ, ਉਹਦੇ ਨਾਲ ਕਿਸ ਤਰ੍ਹਾਂ ਮੈਂ ਅੱਗੇ ਵਧਣਾ ਆ, ਕੰਮ ਕਿਸ ਤਰ੍ਹਾਂ ਕਰਨਾ ਆ, ਫੈਮਿਲੀ 'ਚ ਕਿਸ ਤਰ੍ਹਾਂ ਅਸੀਂ ਮਿਲਣਾ ਵਰਤਣਾ ਆ, ਮੇਰਾ ਹੁਣ ਕੀ ਰੋਲ ਹੈ। ਉਹਨਾਂ ਦਾ ਜਿਹੜਾ ਲੋਸ ਹੈ, ਉਹ ਮਤਲਬ ਕਿ ਅਸੀਂ ਮੰਨ ਲਿਆ ਆ ਕਿ ਹੁਣ ਉਹ ਬੰਦਾ ਨਹੀਂ ਰਿਹਾ, ਪਰ ਉਹ ਐਕਸੈਪਟੈਂਸ ਦੇ ਵਿੱਚ ਅਸੀਂ ਹੁਣ ਕਿਸ ਤਰ੍ਹਾਂ ਅੱਗੇ ਚੱਲਣਾ, ਜਿਹੜਾ ਪਿਆਰ ਹੈ ਉਹਨੂੰ ਕਿਸ ਤਰ੍ਹਾਂ ਹਮੇਸ਼ਾ ਜ਼ਿੰਦਾ ਰੱਖਣਾ, ਹਾਂਜੀ, ਕਿਸ ਤਰ੍ਹਾਂ ਉਹ ਰਿਲੇਸ਼ਨਸ਼ਿਪ ਤਾਜ਼ਾ ਰੱਖਣੀ, ਤੇ ਆਪਣੀ ਜ਼ਿੰਦਗੀ ਵਿੱਚ ਆਪਣੀ ਜਿਹੜੀਆਂ ਲਾਈਫ ਦੀਆਂ ਡੇਲੀ ਚੀਜ਼ਾਂ ਆ, ਉਹ ਅਸੀਂ ਹੁਣ ਕਿਸ ਤਰ੍ਹਾਂ ਅੱਗੇ ਵਧੀਏ। ਹਾਂਜੀ, ਇੰਗਲਿਸ਼ ਵਿੱਚ ਦੇ ਸੇ ਦ ਨਿਊ ਨਾਰਮਲ। ਹਾਂਜੀ, ਮੈਨੂੰ ਕਈ ਵਾਰੀ ਇਹ ਠੀਕ ਲੱਗਦਾ, ਕਈ ਵਾਰੀ ਨਹੀਂ, ਕਿਉਂਕਿ ਇਨ ਅ ਵੇ ਤੁਸੀਂ ਨਿਊ ਨਾਰਮਲ ਹੁੰਦਾ ਕਿ ਹਾਂ ਤੁਹਾਡੇ ਲਈ ਹੁਣ ਨਿਊ ਨਾਰਮਲ ਇਹ ਹੈ ਕਿ ਤੁਸੀਂ ਆਪਣੀ ਲਾਈਫ ਨੂੰ ਦੁਬਾਰਾ
ਦੁਬਾਰਾ ਇੱਕ ਤਰ੍ਹਾਂ ਖਿੱਚ ਰਹੇ ਹੋ ਅੱਗੇ ਉਸ ਬੰਦੇ ਤੋਂ ਬਗੈਰ, ਲੇਕਿਨ ਉਹ ਜਿਹੜਾ ਤੁਹਾਡਾ ਲੋਸ ਆ ਉਹ ਤਾਂ ਹਮੇਸ਼ਾ ਤੁਹਾਡੇ ਨਾਲ ਰਹਿਣਾ ਆ। ਆਈ ਥਿੰਕ ਸ਼ਾਇਦ ਭੈਣ ਜੀ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਦ ਨਿਊ ਨੋਰਮਲ ਇਜ਼ ਕਿ ਹੁਣ ਦੇਖੋ ਜ਼ਿੰਦਗੀ ਤੇ ਚੱਲਦੀ ਹੈ, ਲਾਈਫ ਚੱਲਦੀ ਰਹਿੰਦੀ ਹੈ ਹਨਾ, ਜਿਵੇਂ ਤੁਸੀਂ ਕਿਹਾ ਕਿ ਉਹ ਹੁਣ ਅਸੀਂ ਇਸ ਸਮੇਂ ਇਸ ਲਾਈਫ ਦੇ ਨਾਲ ਹੁਣ ਅਸੀਂ ਕਿਵੇਂ ਕਰਨਾ ਹੈ, ਇਹ ਐਕਸੈਪਟੈਂਸ ਸ਼ਾਇਦ ਇਹ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਨੋਟ ਨੋਰਮਲ, ਕਿ ਹੁਣ ਲਾਈਫ ਉਹ ਬੰਦਾ ਹੈ ਨਹੀਂ ਗਾ, ਉਹ ਇਨਸਾਨ ਹੈ ਨਹੀਂ ਗਾ ਤੇ ਅਸੀਂ ਇਹਨੂੰ ਨੋਰਮਲ ਮੰਨ ਲਈਏ। ਬਟ ਹੁਣ ਅਸੀਂ ਜਿਹੜੀ ਦੁਨਿਆਵੀ ਤੌਰ ਤੇ ਅਸੀਂ ਜਿਹੜੇ ਕੰਮ ਕਰਨੇ ਨੇ ਕਿ ਉਹਨਾਂ ਨੂੰ ਕਿਵੇਂ ਨੈਵੀਗੇਟ ਕਰਨਾ, ਸ਼ਾਇਦ ਕਿ ਹੁਣ ਜਿੱਦਾਂ ਮੇਰੇ ਡੈਡ ਦੀ ਡੈਥ ਹੋਈ ਸੀ, ਸੋ ਮੈਂ ਐਕਸੈਪਟੈਂਸ ਮੇਰੇ ਲਈ ਕਿ ਓਕੇ ਮੇਰੇ ਡੈਡ ਨੋ ਹੁਣ ਨਹੀਂ ਹੈਗੇ। ਹੁਣ ਜਦੋਂ ਮੈਂ ਆਪਣੀ ਕਿਸੇ ਨਾਲ ਗੱਲ ਕਰਦੀ, ਆਪਾਂ ਪੇਰੈਂਟਸ ਦੀ ਗੱਲ ਕਰਦੇ, ਹੁਣ ਮੇਰੇ ਲਈ ਮੈਂ ਕਹਿ ਸਕਦੀ ਕਿ ਹਾਂ ਮਾਈ ਡੈਡ ਪਾਸਡ ਅਵੇ। ਹਾਂਜੀ, ਮੇਰੇ ਡੈਡ ਨਹੀਂ, ਮੇਰਾ ਹੁਣ ਨੋਰਮਲ ਮੇਰੀ ਜ਼ਿੰਦਗੀ ਮੈਂ ਐਕਸੈਪਟੈਂਸ ਵਿੱਚ ਲਿਆਂਦਾ, ਔਰ ਆਈ ਐਮ ਅ ਵਿਡੋ ਔਰ ਆਈ ਐਮ ਦਿਸ। ਯੂ ਕਾਈਂਡ ਆਫ ਸਟਾਰਟਡ, ਜਿਹੜਾ ਤੁਹਾਡੇ ਨਾਲ ਜੋ ਲੋਸ ਹੋਇਆ ਤੁਸੀਂ ਉਹਨੂੰ ਮੰਨ ਲਿਆ। ਹੁਣ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਪਿਆਰ ਹਜੇ ਬਣਿਆ ਆ, ਪਰ ਉਹ ਜਿਹੜਾ ਲੋਸ ਆ ਉਹ ਤੁਸੀਂ ਐਕਸੈਪਟ ਕਰ ਲਿਆ। ਤੁਸੀਂ ਉਹਦੇ ਨਾਲ ਸ਼ਾਇਦ ਤੁਹਾਡਾ ਗੁੱਸਾ ਘਟ ਗਿਆ ਹੈ, ਜਿਹੜੇ ਪਹਿਲਾਂ ਸਟੇਜਿਸ ਹੁੰਦੀਆਂ ਆ, ਤੁਸੀਂ ਹੁਣ ਉਹ ਸੌਦੇਬਾਜ਼ੀ ਨਹੀਂ ਕਰ ਰਹੇ ਹੋ, ਜਾਂ ਤੁਸੀਂ ਹੁਣ ਉਹ ਸ਼ੌਕ 'ਚ ਨਹੀਂ ਹੋ, ਤੁਸੀਂ ਉਸ ਚੀਜ਼ ਨੂੰ ਐਕਸੈਪਟ ਕਰ ਲਿਆ। ਹਾਂਜੀ, ਇਹ ਹੁਣ ਸਮਝ ਜਿਹੜੀ ਐਕਸੈਪਟੈਂਸ ਹੈ ਕਈਆਂ ਵਾਸਤੇ ਜਲਦੀ ਆ ਜਾਂਦੀ ਹੈ, ਕਈਆਂ ਨੂੰ ਬਹੁਤ ਦੇਰ ਬਾਅਦ ਆਉਂਦੀ। ਇਹਦਾ ਕੋਈ ਅਗੇਨ ਟਾਈਮ ਲਾਈਨ ਨਹੀਂ ਹੈ। ਐਕਸੈਪਟੈਂਸ ਇਹਦੇ ਨਾਲ ਤੁਹਾਨੂੰ ਸਬਰ, ਪੇਸ਼ੈਂਸ, ਆਪਣੇ ਆਪ ਨਾਲ ਪੇਸ਼ੈਂਸ ਰੱਖਣੀ ਪੈਂਦੀ। ਜੇ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਸੋਗ ਮਨਾ ਰਿਹਾ ਹੈ ਜਿਹੜਾ ਤੁਸੀਂ ਉਹਨਾਂ ਨਾਲ ਤੁਹਾਨੂੰ ਪੇਸ਼ੈਂਸ ਰੱਖਣੀ ਪੈਂਦੀ। ਪਰ ਐਕਸੈਪਟੈਂਸ ਜਿਹੜੀ ਹੈ ਤੁਹਾਨੂੰ ਤੁਹਾਡੇ ਟਾਈਮ ਸਿਰ ਜਦੋਂ ਤੁਸੀਂ ਰੈਡੀ ਹੋ, ਤੁਸੀਂ ਐਕਚੁਅਲੀ ਕਹਿ ਸਕਦੇ ਕਿ ਹਾਂ ਮੇਰੇ ਡੈਡ ਸੀਗੇ, ਉਹਨਾਂ ਦੀ ਡੈਥ ਹੋ ਗਈ, ਹੁਣ ਮੇਰੇ ਮਮ ਇਕੱਲੇ ਨੇ। ਹਾਂਜੀ, ਉਹ ਚੀਜ਼ ਨੂੰ ਤੁਸੀਂ ਬਿਆਨ ਕਰ ਸਕਦੇ, ਉਹਦੀ ਗੱਲ ਕਰ ਸਕਦੇ। ਓਬਵੀਅਸਲੀ ਸੈਡਨੈਸ ਤਾਂ ਰਹੇਗੀ, ਦੁੱਖ ਤਾਂ ਰਹੇਗਾ, ਪਰ ਤੁਹਾਨੂੰ ਜਿਹੜੀ ਉਹ ਸਟੇਜ ਤੁਸੀਂ ਪਾਰ ਕਰ ਚੁੱਕੇ, ਉਹ ਜਿਹੜਾ ਡਿਪਰੈਸ਼ਨ ਵਾਲੀ ਇੰਨਾ ਕਿ ਉਹਨਾਂ ਚੀਜ਼ਾਂ ਦੀ ਹੁਣ ਸਾਡੀ ਜ਼ਿੰਦਗੀ 'ਚ ਇੱਕ ਐਕਸੈਪਟੈਂਸ ਆ ਜਾਂਦੀ ਹੈ, ਕਿ ਇੱਕ ਸਹਿਜ ਆ ਜਾਂਦਾ ਹੈ ਕਿ ਹਾਂਜੀ ਇਹ ਹੋਇਆ, ਇਹ ਬੀਤਿਆ। ਤੇ ਹੁਣ ਇਸ ਤੋਂ ਭੈਣ ਜੀ ਇੱਕ ਅੱਗੇ ਵੀ ਸਟੇਜ ਹੁੰਦੀ ਹੈ, ਪਰ ਉਹ ਅਸੀਂ ਹੁਣ ਇਸ ਸ਼ੋਅ ਦੇ ਵਿੱਚ ਨਹੀਂ ਗੱਲ ਕਰਾਂਗੇ ਇਸ ਬਾਰੇ। ਅਸੀਂ ਅਗਲੇ ਸ਼ੋਅ ਦੇ ਵਿੱਚ, ਕਿਉਂਕਿ ਮੈਨੂੰ ਲੱਗਦਾ ਉਹ ਕਾਫੀ ਵੱਡੀ ਉਹਦੇ ਬਾਰੇ ਗੱਲਬਾਤ, ਅਸੀਂ ਕਾਫੀ ਗਹਿਰੀ ਗੱਲਬਾਤ ਕਰਾਂਗੇ ਉਸ ਬਾਰੇ। ਤੇ ਅੱਜ ਅਸੀਂ ਹੁਣ ਕਾਫੀ ਗੱਲਾਂ ਕਰ ਲਈਆਂ। ਅੱਜ ਅਸੀਂ ਡਿਪਰੈਸ਼ਨ ਦੀ, ਅਸੀਂ ਗੁੱਸੇ ਦੀ, ਅਸੀਂ ਸੌਦੇਬਾਜ਼ੀ ਦੀ ਵੀ, ਤੇ ਸਭ ਤੋਂ ਵੱਡੀ ਗੱਲ ਅਸੀਂ ਜਿਹੜੀ ਐਕਸੈਪਟੈਂਸ ਦੀ, ਤੇ ਜਿਹੜਾ ਟਾਈਮ ਲਾਈਨ ਨਹੀਂ ਹੁੰਦਾ ਉਸ ਚੀਜ਼ ਦਾ, ਕਿ ਕਿਸੇ ਦੀ ਜ਼ਿੰਦਗੀ 'ਚ ਥੋੜ੍ਹਾ ਜਲਦੀ ਆ ਜਾਂਦਾ, ਕਿਸੇ ਦੀ ਜ਼ਿੰਦਗੀ 'ਚ ਥੋੜ੍ਹਾ ਲੇਟ ਆ ਜਾਂਦਾ, ਪਰ ਉਹ ਹਰ ਚੀਜ਼ ਨੂੰ ਅਸੀਂ ਸਹਿਜ ਦੇ ਨਾਲ ਆਪਣਾ ਪੂਰਾ ਸਮਾਂ ਦੇਣਾ। ਕਿਉਂਕਿ ਜਦੋਂ ਅਸੀਂ ਸਮਾਂ ਨਹੀਂ ਦਿੰਦੇ, ਉਹਦੇ ਨਾਲ ਫਿਰ ਡਿਪਰੈਸ਼ਨ ਵੀ ਹੋ ਜਾਂਦੀ ਹੈ। ਤੇ ਹੁਣ ਭੈਣ ਜੀ ਅਸੀਂ ਬਾਕੀ ਦੀਆਂ ਗੱਲਾਂ ਅਗਲੇ ਸ਼ੋਅ ਦੇ ਵਿੱਚ ਕਰਾਂਗੇ। ਤੇ ਸੋ ਤੁਸੀਂ ਅਗਲੇ ਸ਼ੋਅ ਦੇ ਵਿੱਚ ਆਉਣਾ ਹੈ, ਤੇ ਇਹ ਸਾਰਾ ਸਾਨੂੰ ਫਿਰ ਇਹ ਤੁਸੀਂ ਸਮਝਾਉਣਾ। ਤੇ ਕਿਉਂਕਿ ਮੈਨੂੰ ਵੀ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਹਾਡੇ ਕੋਲੋਂ ਜੈਸਮੀਨ ਜੀ, ਔਰ ਹਮੇਸ਼ਾ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਇੰਨਾ ਕੁਝ ਸਿੱਖਣ ਨੂੰ ਮਿਲਦਾ, ਤੇ ਮੈਂ ਉਹਦੀ ਵਾਸਤੇ ਬੜੀ ਤੁਹਾਡੀ ਬਹੁਤ ਸ਼ੁਕਰਾਨਾ ਕਰਦੀ ਹਾਂ, ਬੜਾ ਧੰਨਵਾਦ ਕਰਦੀ ਹਾਂ। ਤੇ ਅਸੀਂ ਅਗਲੇ ਸ਼ੋਅ ਦੇ ਵਿੱਚ ਮਿਲਾਂਗੇ, ਤੇ ਇਹੀ ਸਾਡਾ ਟੌਪਿਕ ਜਾਰੀ ਰਹੇਗਾ, ਕਿਉਂਕਿ ਪੂਰਾ ਸੀਜ਼ਨ 2 ਹੀ ਸਾਡਾ ਹੈ ਹੀ ਗਰੀਫ ਬਾਰੇ, ਤੇ ਅਸੀਂ ਇਹਦੇ ਬਾਰੇ ਹੋਰ ਗੱਲਾਂ ਕਰਾਂਗੇ, ਤੇ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਇਹਨੂੰ ਨਾਲ ਲੈ ਕੇ ਤੇ ਅਸੀਂ ਕਿਵੇਂ ਵਧਣਾ ਹੈ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਤੇ ਅੱਜ ਦੇ ਲਈ ਹੁਣ ਆਪਣਾ ਸਮਾਂ ਇੰਨਾ ਕੀ ਸੀਗਾ, ਤੇ ਤੁਸੀਂ ਅਗਲੇ ਹਫਤੇ ਫਿਰ ਸਾਂਝ ਪਾਉਣਾ ਤਾਂ ਕਿ ਅਸੀਂ ਇਹ ਗੱਲਾਂ ਫੇਰ ਕਰ ਸਕੀਏ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।